3 ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ ਵਤਨ ਪਰਤਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ। ਨੱਡਾ ਦੀ ਅਗਵਾਈ 'ਚ ਹੋਇਆ ਗ੍ਰੈਂਡ ਵੈਲਕਮ। ਪੀਐਮ ਬੋਲੇ ਪੂਰਨ ਬਹੁਮਤ ਵਾਲੀ ਸਰਕਾਰ ਦੇ ਕਾਰਨ ਦੁਨੀਆ 'ਚ ਵਧੀ ਭਾਰਤ ਦੀ ਤਾਕਤ। ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਤੇ ਸਿਆਸੀ ਸੰਗਰਾਮ ਜਾਰੀ। ਬਾਇਕਾਟ ਕਰਨ ਵਾਲੇ ਦਲਾਂ ਤੇ ਐਨਡੀਏ ਦਾ ਪਲਟਵਾਰ। ਕਿਹਾ ਵਿਰੋਧੀਆਂ ਦਾ ਐਲਾਨ ਲੋਕਤਾਂਤਰਿਕ ਤੇ ਸੰਵਿਧਾਨਿਕ ਮੂਲਾਂ ਦਾ ਅਪਮਾਨ। ਮੁੰਬਈ ਦੌਰੇ ਤੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਰਦ ਪਵਾਰ ਨਾਲ ਕਰਨਗੇ ਮੁਲਾਕਾਤ। ਕੇਂਦਰ ਤੇ ਆਰਡੀਨੈਂਸ ਖਿਲਾਫ ਆਪ ਜੁਟਾ ਰਹੀ ਹੈ ਸਮਰਥਨ। ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ। ਮਾਨ ਸਰਕਾਰ ਨੇ ਜਾਰੀ ਕੀਤੀ ਡੀਏ ਦੀ ਕਿਸ਼ਤ 6% ਦੇ ਵਾਧੇ ਨਾਲ 356 ਕਰੋੜ ਰੁਪਏ ਕੀਤੇ ਜਾਰੀ। ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਐਸਜੀਪੀਸੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ। ਕਿਹਾ ਸਿਰ ਢੱਕ ਕੇ ਆਵੋ, ਛੋਟੇ ਕੱਪੜੇ ਨਾ ਪਾਓ, ਪਰਿਕਰਮਾ ਮੋਬਾਈਲ ਰੱਖੋ ਬੰਦ। ਪੰਜਾਬੀ, ਹਿੰਦੀ, ਅੰਗਰੇਜ਼ੀ 'ਚ ਦਿਸ਼ਾ ਨਿਰਦੇਸ਼ ਕੀਤੇ ਜਾਰੀ। ਅੰਮ੍ਰਿਤਸਰ 'ਚ ਗੈਂਗਸਟਰ ਜਰਨੈਲ ਦਾ ਗੋਲੀਆਂ ਮਾਰ ਕੇ ਕਤਲ। 4 ਨਕਾਬਪੋਸ਼ਾਂ ਨੇ ਅੰਨ੍ਹੇਵਾਹ ਵਰਾਈਆਂ ਗੋਲੀਆਂ। 14 ਸਕਿੰਟ ਤੱਕ 20 ਰਾਉਂਡ ਤੋਂ ਵੱਧ ਫਾਇਰ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ। ਮਾਨਸਾ ਦੀ ਸੁਜਾਨ ਕੌਰ ਨੇ ਕੀਤਾ ਟੌਪ। ਪਹਿਲੇ 3 ਨੰਬਰਾਂ ਤੇ ਕੁੜੀਆਂ ਨੇ ਕੀਤਾ ਕਬਜ਼ਾ। ਮੁੱਖ ਮੰਤਰੀ ਮਾਨ ਨੇ ਟੌਪਰ ਵਿਦਿਆਰਥੀਆਂ ਨੂੰ 51 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ। ਅਬੋਹਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ। ਪੰਜਾਬ ਸਰਕਾਰ ਤੇ ਲਗਾਇਆ ਰਾਜਸਥਾਨ ਨੂੰ ਪਾਣੀ ਦਾ ਭਰੋਸਾ ਦੇਣ ਦਾ ਇਲਜ਼ਾਮ। ਸੁਖਬੀਰ ਬੋਲੇ ਬੇਸ਼ੱਕ ਜਾਨ ਚਲੀ ਜਾਵੇ ਪਰ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਪਾਣੀ। ਆਪ ਨੇ ਸੁਖਬੀਰ ਬਾਦਲ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲਾਇਆ ਇਲਜ਼ਾਮ। ਹਰਪਾਲ ਚੀਮਾ ਬੋਲੇ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ। ਸੀਐਮ ਪਹਿਲਾਂ ਹੀ ਕਰ ਚੁੱਕੇ ਸਪਸ਼ਟ, ਪੰਜਾਬ ਦੇ ਕੋਲ ਹੈ ਰਹੇਗਾ ਪੰਜਾਬ ਦਾ ਪਾਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨਾਲ ਜੁੜੀ ਖਬਰ ਦੇ ਨਾਲ। 3 ਦੇਸ਼ਾਂ ਦੇ ਦੌਰੇ ਤੋਂ ਭਾਰਤ ਪਰਤੇ ਨੇ ਪੀਐਮ ਮੋਦੀ। ਦੱਸਦੇ ਕਿ ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਵੈਲਕਮ ਕੀਤਾ ਗਿਆ, ਗ੍ਰੈਂਡ ਵੈਲਕਮ ਕੀਤਾ ਗਿਆ। ਦੱਸਦੇ ਕਿ ਜੇਪੀ ਨੱਡਾ ਨੇ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। ਮੋਦੀ ਦੇ ਨਾਰਿਆਂ ਨਾਲ ਗੂੰਜ ਉੱਠਿਆ ਪਾਲਮ 에ਅਰਪੋਰਟ। 3 ਦੇਸ਼ਾਂ ਦੇ ਦੌਰੇ ਤੋਂ ਵਾਪਸ ਆਉਣ ਤੇ ਬੋਲੇ ਨੇ ਪੀਐਮ ਮੋਦੀ। ਦੱਸਦੇ ਉਹਨਾਂ ਨੇ ਕਿਹਾ ਕਿ ਭਾਰਤ ਤੇ ਦੁਨੀਆ ਭਰੋਸਾ ਕਰਦੀ ਹੈ, ਇਹ ਸਿਰਫ ਦੇਸ਼ ਵਾਸੀਆਂ ਦੀ ਕੋਸ਼ਿਸ਼ ਹੈ। G20 ਦੇਸ਼ ਭਾਰਤ ਦਾ ਲੋਹਾ ਮੰਨਦੇ ਨੇ। ਇਸ ਦੇ ਨਾਲ ਹੀ ਦੱਸਦੇ ਕਿ 3 ਦੇਸ਼ਾਂ ਦੇ ਦੌਰੇ ਤੋਂ ਜੋ ਪੀਐਮ ਮੋਦੀ ਨੇ ਭਾਰਤ ਪਰਤੇ ਨੇ ਤੇ ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਾਲ ਹੀ 'ਚ ਜੋ ਵਿਦੇਸ਼ ਦੌਰੇ ਤੇ ਸੀਗੇ ਜੇਪੀ ਨੱਡਾ ਨੇ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। ਮੋਦੀ ਦੇ ਨਾਰਿਆਂ ਨਾਲ ਗੂੰਜ ਉੱਠਿਆ ਪਾਲਮ 에ਅਰਪੋਰਟ। 3 ਦੇਸ਼ਾਂ ਦੇ ਦੌਰੇ ਤੋਂ ਵਾਪਸ ਆਉਣ ਤੇ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਤੇ ਦੁਨੀਆ ਭਰੋਸਾ ਕਰਦੀ ਹੈ, ਇਹ ਸਿਰਫ ਦੇਸ਼ ਵਾਸੀਆਂ ਦੀ ਕੋਸ਼ਿਸ਼ है। को लिटिल इंडिया के नाम से संबोधित करके उसका नाम और भारत के बारे में बताता है। सबको संबोधित करें आदरणीय नड्डा जी। माता की स्वागत है भाई, स्वागत है मोदी जी का स्वागत। मोदी जी के वो प्यार कि हम सबका सौभाग्य है कि आज जब प्रधानमंत्री जी अपने आप सब लोग किस भारत की महान परंपरा के प्रति दोस्तों मैं सच कहता हूं, आप भी हिंदुस्तान की संस्कृति, हिंदुस्तान की महान परंपराओं के संबंध में बोलते समय कभी भी गुलामी वाली दिनों की मानसिकता में डूब मत जाना। दोस्तों हिम्मत के साथ बात कीजिए दुनिया से। दुनिया सुनने के लिए आतुर है,
जिज्ञासा है विश्व को। जब मैं ये कहता हूं कि हमारे तीर्थ क्षेत्र पर हमला स्वीकार्य नहीं है, तो दुनिया भी मेरे साथ देती है दोस्तों। हिरोशिमा की धरती, जहां पर मानव संहार का भयानक घटना घटी थी, उस हिरोशिमा की धरती पर जब पूज्य बापू की प्रतिमा लगती है, शांति का विश्व को संदेश बड़े गर्व के साथ हम पहुंचा पाते हैं जी। मेरे लिए गर्व की बात होती है कि जापान के प्रधानमंत्री जब भारत आए थे, तो मैंने बोधि वृक्ष का एक सैंपल उनको दिया था और उन्होंने बड़े गर्व के साथ मुझे बताया कि मोदी जी, जब मैं भारत आया था, आपने मुझे जो बोधि वृक्ष का पौधा दिया था, वो मैंने हिरोशिमा में, जहां ये बड़ा मानव संहार हुआ था, उस बोधि वृक्ष का पौधा वहां लगाया है और करुणा का, भारत का संदेश आने वाली पीढ़ियों को मिलता रहे, इसके लिए मैंने ये सोचा हुआ है। देखिए कितना गर्व हो रहा है। मैं तो दुनिया में जाकर के सिर्फ आपके पराक्रमों के गीत गाता हूं। मैं दुनिया के देशों में जाकर के दुनिया के महापुरुषों को मिलकर के हिंदुस्तान के सामर्थ्य की बात करता हूं, हिंदुस्तान की युवा पीढ़ी की टैलेंट की चर्चा करता हूं और अवसर मिलने पर भारत कैसे खिल उठता है, भारत के नौजवान कैसा पराक्रम करके दिखाते हैं, ये बात मैं दुनिया में जाकर के बताता हूं। ये सामर्थ्य इसलिए है क्योंकि हमारे देश ने पूर्ण बहुमत वाली सरकार बनाई है। आप सबने देश को पूर्ण बहुमत वाली सरकार बनाई है। ਤੇ ਆਸਨ ਪੀਐਮ ਮੋਦੀ 3 ਦੇਸ਼ਾਂ ਦੇ ਦੌਰੇ ਤੋਂ ਭਾਰਤ ਪਰਤੇ ਨੇ। ਪੀਐਮ ਮੋਦੀ ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਜੇਪੀ ਨੱਡਾ ਨਜ਼ਰ ਆ ਰਹੇ ਨੇ ਤਸਵੀਰਾਂ 'ਚ, ਉਹਨਾਂ ਦੇ ਵੱਲੋਂ ਗ੍ਰੈਂਡ ਵੈਲਕਮ ਮੋਦੀ ਦਾ ਕੀਤਾ ਗਿਆ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਤੇ ਦੁਨੀਆ ਭਰੋਸਾ ਕਰਦੀ ਹੈ ਤੇ ਸਿਰਫ ਦੇਸ਼ ਵਾਸੀਆਂ ਦੀ ਕੋਸ਼ਿਸ਼ ਹੈ G20 ਦੇਸ਼ ਭਾਰਤ ਦਾ ਲੋਹਾ ਬੰਦੇ। ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਐਸਜੀਪੀਸੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਐਸਜੀਪੀਸੀ ਨੇ ਗਾਈਡਲਾਈਨਸ ਜਾਰੀ ਕੀਤੀਆਂ ਨੇ। ਐਸਜੀਪੀਸੀ ਦਾ ਕਹਿਣਾ ਹੈ ਕਿ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਆ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਦਰਸ਼ਨ ਇਸ਼ਨਾਨ ਕਰਦੇ ਸਮੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਏ। ਸਿਰ ਢੱਕ ਕੇ ਆਵੋ, ਛੋਟੇ ਕੱਪੜੇ ਨਾ ਪਾਵੋ, ਜੋੜੇ ਜੁਰਾਬਾ ਉਤਾਰ ਕੇ ਆਵੋ। ਮਰਿਆਦਾ ਲਾਗੂ ਕਰਵਾਉਣੀ ਸੇਵਾਦਾਰਾਂ ਦੀ ਜ਼ਿੰਮੇਵਾਰੀ ਹੈ। ਸੇਵਾਦਾਰਾਂ ਨਾਲ ਸਹਿਯੋਗ ਕਰੋ। ਤੰਬਾਕੂ, ਬੀੜੀ, ਸਿਗਰਟ, ਸ਼ਰਾਬ ਅੰਦਰ ਲਿਜਾਣਾ ਮਨਾ ਹੈ। परिक्रमा अंदर फोन बंद रखो। प्रबंधकों की इजाजत तो बगैर फोटोग्राफी, वीडियोग्राफी मना है। तो दरबार साहिब आने वाले श्रद्धालुओं लिए दिशा निर्देश एसजीपीसी के वालों जारी किए गए हैं। हाल ही वड्डी एक एलईडी स्क्रीन भी लगाई गई सी। पिछले दिनों ही कुछ इहो ਜਿਹੇ इंसीडेंट सामने आए थे जो तंबाकू की बरामदगी भी की गई सी। जिस सब नूं वेख के दरबार साहिब आने वाले श्रद्धालुओं लिए दिशा निर्देश जारी किए गए हैं। एसजीपीसी ने बकायदा गाइडलाइंस जारी कीतियां ने। पंजाबी, हिंदी ते अंग्रेजी भाषा च आ दिशा निर्देश जारी किए गए हैं। डूज एंड डोंट्स जारी किए गए हैं। ਤੇ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂ
सतनाम 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 जी, वाहे गुरु जी। 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 सतनाम 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 जी, वाहे गुरु ਖਬਰਾਂ ਦੇ ਹੋਰ ਅਪਡੇਟ ਲਈ ਤੁਸੀਂ ਸਾਡੀ ਵੈਬਸਾਈਟ ਤੇ ਵੀ ਲੌਗਇਨ ਕਰ ਸਕਦੇ ਹੋ www.punjab.news18.com। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਦੇਸ਼ ਦੀ ਨਵੀਂ ਸੰਸਦ ਬਿਲਡਿੰਗ ਤੇ ਉਦਘਾਟਨ ਸਮਾਗਮ ਤੋਂ ਵਿਰੋਧੀ ਧਿਰਾਂ ਪਾਸਾ ਵੱਡੀਆਂ ਨਜ਼ਰ ਆ ਰਹੀਆਂ ਨੇ, ਪਰ ਇਸ ਸਭ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਮਾਗਮ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ। देश की नवी संसद की इमारत बनके तैयार है। नवी इमारत को कई सारे पहलुओं को ध्यान में रखदਿਆਂ बनाया गया है, पर हुण इस इमारत की घुन चुकाई कौन करे, इस मसले ते विवाद पक गया। 28 मई को होने जा रहे उद्घाटन समागम चो कांग्रेस सने 19 सियासी धिरां ने दूरी बनाए जाने का ऐलान किया है। इन्हां धिरां दे विच कांग्रेस तो अलावा आम आदमी पार्टी, समाजवादी पार्टी, राष्ट्रीय जनता दल, तृणमूल कांग्रेस, जनता दल यूनाइटेड, नेशनल कांग्रेस पार्टी, शिवसेना उद्धव ग्रुप, राष्ट्रीय लोक दल, द्रविड़ मुनेत्र कड़गम, कम्युनिस्ट पार्टी ऑफ इंडिया, झारखंड मुक्ति मोर्चा, केरल कांग्रेस, विदुथलाई चिरुथाईगल काटची, कम्युनिस्ट पार्टी ऑफ इंडिया, इंडियन यूनियन मुस्लिम लीग, नेशनल कॉन्फ्रेंस, रेवोल्यूशनरी सोशलिस्ट पार्टी अते मारूमालारची द्रविड़ मुनेत्र कड़गम शामिल हैं। इन्हां सियासी धिरां ने विरोध की वजह दस्सिया प्रधानमंत्री के वल्लों संसद भवन का उद्घाटन, जबकि इन्हां दी मंग है कि उद्घाटन राष्ट्रपति के कोलों कराया जाए। We are Congress party is consulting with all like-minded opposition party. That day itself we given a reaction on this thing. This is actually undermining the President of India, and it is actually undermining the spirit of the Constitution. श्रीमती द्रौपदी मुर्मू जी को नहीं आमंत्रित करना ये आदिवासी समाज का अपमान है, दलित समाज का अपमान है, पिछड़े समाज का अपमान है, वंचित समाज का अपमान है। नवे संसद भवन के उद्घाटन का विरोध करने वाले विरोधियों को केंद्रीय गृह मंत्री अमित शाह ने जवाब दिता है। केंद्रीय मंत्री ने कहा कि भारत सरकार ने सारे धिरां नूं सद्दा दिता है। नाल ही अमित शाह ने कहा कि सियासत अपनी थां ते चलती रहेगी अते इस मामले नूं सियासत दे नाल नहीं जोड़ना चाहिए। हमने तो भारत सरकार ने सबको विनंती किया है कि आप उपस्थित रहिए, सब अपनी अपनी भावना के अनुसार करेंगे। मैंने पहले ही किया कि राजनीति को इसके साथ मत जोड़िए। एक बड़ी भावात्मक प्रक्रिया हमारी पुरानी परंपराओं से नए भारत को जोड़ने की, इसको इतने ही सीमित अर्थ में देखना चाहिए। राजनीति अपनी जगह पे चलती है और सब अपनी अपनी क्षमता से, सोचने की क्षमता के अनुसार रिएक्शन भी देते हैं और काम भी करते हैं। उधर इस सब दे विचाले अकाली दल ने बाकी विरोधी धिरां तो वखरा रुख अपनाया अते इस समागम दे विच हिस्सा बनन दा ऐलान किया है। देश वास्ते एक बड़ा वड्डा हिस्टोरिक मौका है, इस करके पार्टियां नूं चाहिदा है कि बाकी छोटियां गल्लां तो ऊपर उठ के एक देश की वड्डी प्राप्ति है कि तुसी पहली बारी अपनी पार्लीमेंट की बिल्डिंग आप बनाई है। इस करके सारिਆਂ ਨੂੰ खुश होकर ਇਹਦੇ ਚ पार्टिसिपेट करना। तो श्रोमणी अकाली दल ਤਾਂ
ਇਹਦੇ ਵਿੱਚ ਪਾਰਟਿਸਿਪੇਟ ਕਰੇਗਾ। ਸੰਸਦ ਦੀ ਨਵੀਂ ਅਤੇ ਪੁਰਾਣੀ ਇਮਾਰਤ ਨੂੰ ਜੇਕਰ ਅੰਕੜਿਆਂ ਦੇ ਨਜ਼ਰੀਏ ਵੇਖਿਆ ਜਾਵੇ ਤਾਂ ਨਵੀਂ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ 888 ਸੀਟਾਂ ਨੇ, ਜਦਕਿ ਪੁਰਾਣੀ ਸੰਸਦ ਦੇ ਵਿੱਚ ਸੀਟਾਂ ਦੀ ਗਿਣਤੀ 590 ਸੀ। ਇਸੇ ਤਰੀਕੇ ਨਵੀਂ ਸੰਸਦ ਦੇ ਵਿੱਚ ਰਾਜ ਸਭਾ ਦੇ ਵਿੱਚ 384 ਸੀਟਾਂ ਦੀ ਥਾਂ ਹੈ, ਜਦਕਿ ਪੁਰਾਣੀ ਵਿੱਚ ਇਹ ਥਾਂ 280 ਦੀ ਸੀ। ਸਾਂਝਾ ਸੈਸ਼ਨ ਦੇ ਲਈ ਨਵੀਂ ਸੰਸਦ ਦੇ ਵਿੱਚ 1272 ਮੈਂਬਰ ਪਾਰਲੀਮੈਂਟ ਦੇ ਇਕੱਠੇ ਬੈਠਣ ਦੀ ਥਾਂ ਹੋਏਗੀ, ਜਦਕਿ ਪੁਰਾਣੀ ਸੰਸਦ ਦੇ ਵਿੱਚ 870 ਸੀਟਾਂ ਸਨ। ਇਸ ਸਭ ਦੇ ਵਿਚਾਲੇ ਪਾਰਲੀਮੈਂਟ ਦੇ ਉਦਘਾਟਨੀ ਸਮਾਗਮ ਦੇ ਬਾਈਕਾਟ ਦਾ ਐਲਾਨ ਕਰਕੇ ਵਿਰੋਧੀ ਧਿਰਾਂ ਨੇ ਜਿਹੜੀ ਚਰਚਾ ਆਰੰਭ ਕਰ ਦਿੱਤੀ ਹੈ, ਉਹ ਹੁਣ ਕਿੱਥੇ ਤੱਕ ਜਾਵੇਗੀ, ਇਹ ਵੇਖਣਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਕੇਂਦਰ ਖਿਲਾਫ ਸਮਰਥਨ ਜੁਟਾਉਣ ਲਈ ਮਮਤਾ ਬੈਨਰਜੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਮੁੰਬਈ 'ਚ ਉਧਵ ਠਾਕਰੇ ਨਾਲ ਮੁਲਾਕਾਤ ਕੀਤੀ ਗਈ। ਕੇਂਦਰ ਵੱਲੋਂ ਲਿਆਂਦੇ ਆਰਡੀਨੈਂਸ ਦੇ ਖਿਲਾਫ ਆਪ ਵੱਲੋਂ ਵਿਰੋਧੀਆਂ ਦਾ ਸਮਰਥਨ ਜੁਟਾਇਆ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਰਾਜ ਸਭਾ 'ਚ ਬਿੱਲ ਨੂੰ ਪਾਸ ਨਾ ਹੋਣ ਦਿੱਤਾ ਜਾਵੇ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਬੁੱਧਵਾਰ ਨੂੰ ਮੁੰਬਈ ਪਹੁੰਚ ਕੇ ਆਪ ਆਗੂ ਸ਼ਿਵ ਸੈਨਾ ਲੀਡਰ उद्धव ठाकरे ਨੂੰ मिले। अब इन्होंने एक मैसेज दे दिया कि सुप्रीम कोर्ट जो मर्जी फैसला दे, हम नहीं मानते, हम ऑर्डिनेंस लाके सुप्रीम कोर्ट के फैसले पलट देंगे। ऐसे हमारा देश कैसे चलेगा? ऐसे तो हमारा देश नहीं चल सकता। और ये जनतंत्र सुप्रीम कोर्ट को भी नहीं मानते और ये जनतंत्र को भी नहीं मानते। शिवसेना तो सबसे ज्यादा भुक्तभोगी है। लोकतंत्र खतरे में है और बाहरी खतरे में है। कैसे इलेक्टेड की जगह सिलेक्टेड लोग जो हैं वो जनता को चलाते हैं, वो सरकारें चलाते हैं, जबकि लोकतंत्र का मतलब है इलेक्टेड। ये गवर्नर है सिलेक्टेड। तो एलजी कौन बनाता है? एलजी की कभी एलजी ने कोई जनता से कोई या गवर्नर ने किसी जनता से कोई मैंडेट लिया? नहीं लिया। अपनी मर्जी का गवर्नर लगा दिया, तंग करो चुनी हुई सरकार को। अगर सरकार इनकी नहीं बनी, हमें भी बजट सेशन के लिए सुप्रीम कोर्ट आना पड़ा। हमारे तो गवर्नर साहब इस बात से भी मुकर गए थे बजट सेशन में कि मैं माई गवर्नमेंट नहीं कहूंगा। उद्धव ठाकरे ने जिथे आप ਨੂੰ ਸਮਰਥਨ ਦਾ ਭਰੋਸਾ ਦਿੱਤਾ ਹੈ, ਉੱਥੇ ਹੀ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਲੋਕਤੰत्र विरोधी करार ਦਿੱਤਾ है। अध्यादेश लाया तो ये कौन सा जनतंत्र है? ये तो लोगों ने चुने हुए प्रतिनिधि है, अपने लोग हैं, अपना प्रतिनिधि उन्होंने चुना है, तो उनको कुछ अधिकार होने चाहिए कि नहीं होने चाहिए? तो फिर शायद ऐसे भी दिन आ जाएंगे कि राज्य में, स्टेट में इलेक्शन ही नहीं हो जाएंगे, सिर्फ केंद्र में इलेक्शन हो जाएंगे। वो भी इलेक्शन 2024 तक होने की संभावना है। उसके बाद जनता जो फैसला करेगी वो जनता, इसलिए हम उनको नींद से जगाने के लिए एक साथ आए हैं। जबकि बीजेपी का कहना है कि आम आदमी पार्टी बेवजह इस नु मुद्दा बना रही है। अरविंद केजरीवाल बेवजह मुद्दा बना रहे हैं। मैं केजरीवाल साहब से पूछना चाहता हूं कि जब उन्होंने चुनाव लड़ा था तो उन्हें मालूम नहीं था कि दिल्ली एक नेशनल कैपिटल यूटी है? अब बेवजह मुद्दा बना रहे हैं और उसकी तुलना एक स्टेट के साथ कर रहे हैं। ये दुर्भाग्यपूर्ण है। और जो तथाकथित पढ़े लिखे हमारे मुख्यमंत्री साहब को ये समझ नहीं आ रहा। जिथे आप ऑर्ਡੀਨੈਂਸ ਨੂੰ ਲੈ ਕੇ ਕੇਂਦਰ ਦੇ ਖਿਲਾਫ ਸਮਰਥਨ ਜੁਟਾਉਣ 'ਚ ਲੱਗੀ ਹੈ, ਉੱਥੇ ਹੀ ਤਿਆਰੀ 2024 ਦੀਆਂ ਚੋਣਾਂ ਨੂੰ ਲੈ ਕੇ ਵੀ ਨਜ਼ਰ ਆ ਰਹੀ ਹੈ, ਜਦਕਿ ਬੀਜੇਪੀ ਆਪ ਨੂੰ ਨਸੀਹਤਾਂ ਦੇ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।